सो आओ फिर ਆਪਾਂ ਅੱਜ ਪੰਜਵੀਂ ਪੌੜੀ ਦੀ ਜਿਹੜੀ ਹੈ ਵਿਚਾਰ ਸ਼ੁਰੂ ਕਰੀਏ। ਪੌੜੀ ਦੇ ਪਹਿਲਾਂ ਹੈ ਸ਼ਲੋਕ ਮਹੱਲਾ ਪਹਿਲਾ। ਸਕਰੀਨ ਸਾਰਿਆਂ ਨੂੰ ਨਜ਼ਰ ਆ ਰਹੀ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ, ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਇਹ ਹੁਣ ਪੌੜੀ ਸਾਨੂੰ ਕੀ ਕਹਿ ਰਹੀ ਹੈ? ਘੜੀਆਂ ਸੰਸਕ੍ਰਿਤ ਦਾ ਵਰਡ ਹੈ ਘਟ। ਉੱਥੋਂ ਘੜਾ ਸ਼ਬਦ ਪੰਜਾਬੀ ਦੇ ਵਿੱਚ ਆਇਆ। ਸੰਸਕ੍ਰਿਤ ਦਾ ਵਰਡ ਹੈ ਜਿਵੇਂ ਕਟਕ, ਉੱਥੋਂ ਕੜਾ ਬਣਿਆ। ਸੰਸਕ੍ਰਿਤ ਦਾ ਵਰਡ ਹੈ ਜਿਵੇਂ ਘਟਿਕਾ ਤੋਂ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਘੜੀ ਆਈ ਹੈ। ਸੋ ਘੜੀ ਬੇਸਿਕਲੀ ਇੱਕ ਸਮੇਂ ਦੀ ਵੰਡ ਹੈ ਜੋ 24 ਮਿੰਟਸ ਦੇ ਬਰਾਬਰ ਹੁੰਦੀ ਹੈ। 24 ਮਿੰਟਸ। ਜੇ ਮੈਂ ਗਲਤ ਨਾ ਹੋਵਾਂ, ਹੋ ਸਕਦਾ ਕਿ ਇਹ ਗਲਤ ਹੋਵੇ ਚੀਜ਼, ਪਰ ਜੋ ਮੈਂ ਪੜ੍ਹਿਆ ਇਹ 24 ਮਿੰਟਾਂ ਦੇ ਬਰਾਬਰ ਇੱਕ ਘੜੀ ਹੁੰਦੀ ਹੈ। ਗੋਪੀ ਲਫ਼ਜ਼ ਹੈ, ਗੋਪੀ ਹੁੰਦਾ ਹੈ, ਇਹਨੂੰ ਗੁਜਰਾਣੀ ਲਫ਼ਜ਼ ਹੁੰਦਾ ਹੈ ਪੰਜਾਬੀ ਦਾ, ਜਿਹੜੀਆਂ ਲੇਡੀਜ਼ ਗਾਵਾਂ ਦੀ ਰਾਖੀ ਕਰਦੀਆਂ ਨੇ। ਸੋ ਕੰਨ ਲਫ਼ਜ਼ ਆਇਆ। ਕੰਨ ਇੱਕ ਕਾਨੇ ਵਾਸਤੇ ਵਰਤਿਆ ਗਿਆ, ਕ੍ਰਿਸ਼ਨ ਵਾਸਤੇ ਵਰਤਿਆ ਗਿਆ। ਸੋ ਗੋਪੀ ਔਰ ਕੰਨ ਦਾ ਲਫ਼ਜ਼ ਇਹਦਾ ਵੀ ਸੰਬੰਧ ਹੈ। ਗੋਪੀ ਬਿੰਦਰਾਬੰਦੀਆਂ, ਗੁਜਰਾਣੀਆਂ ਔਰ ਕ੍ਰਿਸ਼ਨ ਜੋ ਗੋਕਲ ਦੇ ਰਹਿਣ ਵਾਲੇ ਸੀ, ਉਹ ਇਕੱਠੇ ਖੇਡਿਆ ਕਰਦੇ ਸੀ। ਔਰ ਇਹ ਤਾਂ ਕਰਕੇ ਗੋਪੀਆਂ ਦੇ ਨਾਲ ਕਾਨੇ ਦਾ ਜ਼ਿਕਰ ਆਇਆ। ਸੋ ਇਹ ਵਕਤ ਦੀ, ਟਾਈਮ ਦੀ, ਬੇਸਿਕਲੀ ਵਕਤ ਦੀ ਮਿਣਤੀ ਹੈ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ। ਸਾਰੀਆਂ ਘੜੀਆਂ ਇਹ ਮਾਨੋ ਗੋਪੀਆਂ ਨੇ, ਔਰ ਦਿਨ ਦੇ ਸਾਰੇ ਪੈਰ ਜਿਹੜੇ ਹੈ ਉਹ ਕਾਨ ਨੇ, ਕ੍ਰਿਸ਼ਨ ਨੇ। 8 ਪੈਰ ਹੁੰਦੇ ਇੱਕ ਦਿਨ ਦੇ ਵਿੱਚ। ਪੈਰ ਹੁੰਦਾ ਸਾਰੇ ਦਿਨ ਦਾ 8ਵਾਂ ਹਿੱਸਾ, ਜੋ 3 ਘੰਟੇ ਦੇ ਬਰਾਬਰ ਹੁੰਦਾ। ਰਾਈਟ। ਸੋ ਘੜੀਆਂ ਜਿੰਨੀਆਂ ਵੀ ਨੇ ਉਹ ਗੋਪੀਆਂ ਨੇ, ਔਰ ਜਿੰਨੇ ਪੈਰ ਨੇ ਉਹ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਕ੍ਰਿਸ਼ਨ ਨੇ। ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਗਹਿਣੇ ਇਹ ਰੱਬੀ ਦਾਤਾ ਨੇ। ਪੌਣ, ਪਾਣੀ ਤੇ ਅੱਗ, ਇਹੀ ਗਹਿਣੇ ਨੇ। ਗਹਿਣੇ ਪੌਣ ਪਾਣੀ ਬੈਸੰਤਰ ਜੋ ਉਹਨਾਂ ਗੋਪੀਆਂ ਦੇ ਪਾਏ ਹੋਏ ਨੇ। ਔਰ ਜਿਵੇਂ ਰਾਸਾਂ ਵਿੱਚ ਆਪਾਂ ਪਿਛਲੀ ਵਾਰ ਜ਼ਿਕਰ ਕੀਤਾ ਸੀ, ਰਾਸਾਂ 'ਚ ਰਾਸ ਧਾਰੀਏ ਅਵਤਾਰਾਂ ਦਾ ਸਾਂਗ ਬਣਾ ਕੇ ਪ੍ਰਦਰਸ਼ਨ ਕਰਦੇ ਆ, ਉਦਾਂ ਹੀ ਕੁਦਰਤ ਦੇ ਵਿੱਚ ਚੰਨ, ਸੂਰਜ, ਇਹ ਮੰਨ ਲਓ ਕਿ 2 ਅਵਤਾਰ ਨੇ। ਸਗਲੀ ਧਰਤੀ ਮਾਲ ਧਨ, ਵਰਤਨ ਸਰਬ ਜੰਜਾਲ। ਇਹਨਾਂ ਚੀਜ਼ਾਂ ਦਾ ਨਾ ਮੀਨਿੰਗ ਹੈ ਕੋਈ, ਹਾਲੇ ਇਹ ਆਪਾਂ ਇਸੇ ਮੀਨਿੰਗ ਦੇ ਉੱਤੇ ਰਵਾਂਗੇ। ਜਿਉਂ-ਜਿਉਂ ਆਪਾਂ ਗਹਿਰਾਈ ਦੇ ਵਿੱਚ ਜਾਣਾ, ਜਿਉਂ-ਜਿਉਂ ਇਹਦੇ ਵਾਰ ਦੇ ਆਪਾਂ ਮੱਧ ਵਿੱਚ ਪਹੁੰਚਣਾ, ਤਿਉਂ ਇਹ ਚੀਜ਼ਾਂ ਸਾਨੂੰ ਕਲੀਅਰ ਹੋਣੀਆਂ ਨੇ ਅੱਗੇ। ਇਹ ਸਾਡੇ ਭੁਲੇਖੇ, ਭਰਮ
ਸਾਡੀ ਅਗਿਆਨਤਾ ਦੂਰ ਹੋਣੀ ਹੈ। ਸੋ ਐਟ ਦਾ ਮੋਮੈਂਟ ਇਹ ਚੀਜ਼ਾਂ ਆਪਾਂ ਇਦਾਂ ਹੀ ਅਡਾਪਟ ਕਰ ਰਹੇ ਹਾਂ ਜਿਵੇਂ ਇੱਥੇ ਲਿਖੀਆਂ। ਅੱਗੇ ਜਾ ਕੇ ਫਿਰ ਇਹਨਾਂ ਚੀਜ਼ਾਂ ਦਾ ਜਿਹੜਾ ਹੋਰ ਵਿਸਤਾਰ ਹੋਏਗਾ। ਸੋ ਇਹ ਚੀਜ਼ਾਂ ਯਾਦ ਰੱਖਣੀਆਂ ਨੇ, ਔਰ ਜੇਕਰ ਹੁਣ ਨਹੀਂ ਤਾਂ ਕਦੋਂ ਵੀ ਇਹ ਰਿਕਾਰਡਿੰਗ ਜਿਹੜੀ ਹੈ ਅਸੀਂ ਜ਼ਰੂਰ ਅਵੇਲੇਬਿਲਿਟੀ ਰੱਖਾਂਗੇ ਇਹਦੀ ਰੈਗੂਲਰ, ਤੇ ਉਹ ਸੁਣ ਲੈਣੀ ਹੈ। ਜੇ ਕੋਈ ਸੁਣ ਕੇ ਵੀ ਜਾਂ ਇੱਥੇ ਆਪਣੇ ਮੀਟਿੰਗ ਦੇ ਵਿੱਚ ਵੀ ਆ ਕੇ ਜੇ ਕੋਈ ਚੀਜ਼ ਨਹੀਂ, ਤੇ ਉਹ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਜ਼ਰੂਰ ਡਿਸਕਸ ਕਰਨੀ ਹੈ, ਬੋਲਣਾ ਜ਼ਰੂਰ, ਇੱਥੇ ਹੀ ਭਾਵੇਂ ਮੀਟਿੰਗ 'ਚ ਬੋਲੋ, ਭਾਵੇਂ ਬਾਅਦ 'ਚ ਕਾਲ ਕਰ ਲਓ ਜਾਂ ਅਗਲੀ ਵਾਰਾਂ ਬੋਲ ਲਓ। ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਸਾਡੀ ਵਰਤੋਂ ਵਾਸਤੇ ਇਹ ਰੱਬੀ ਦਾਤਾਂ ਨੇ। ਧਰਤੀ ਇਹ ਮਾਲ ਧਨ ਹੈ, ਤੇ ਜਿਹੜੇ ਜਗਤ ਦੇ ਧੰਦੇ ਨੇ ਉਹ ਰਾਸ ਦਾ ਵਰਤਣ ਬਣੇ ਹੋਏ ਨੇ, ਪਰ ਅਸੀਂ ਇਸ ਨੂੰ ਜੰਜਾਲ ਬਣਾ ਲਿਆ, ਇਹਦੇ ਵਿੱਚ ਫਸ ਗਏ ਆ। ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ। ਸੋ ਇਹ ਚੀਜ਼ਾਂ ਸਾਨੂੰ ਰੱਬ ਨੇ, ਅਕਾਲ ਪੁਰਖ ਨੇ, ਕੁਦਰਤ ਨੇ ਵਰਤੋਂ ਵਾਸਤੇ ਦਿੱਤੀਆਂ, ਪਰ ਅਸੀਂ ਇਹਨੂੰ ਜੰਜਾਲ ਬਣਾ ਕੇ ਇਹਦੇ 'ਚ ਫਸ ਗਏ ਆ। ਨਾਨਕ ਮੁਸੈ ਗਿਆਨ ਵੀ ਹੋਣੀ, ਖਾਏ ਗਿਆ ਜਮਕਾਲ। ਸੋ ਨਾਨਕ ਜੋਤ ਕੀ ਕਹਿੰਦੀ ਹੈ ਕਿ ਮਾਇਆ ਦੀ ਇਸ ਰਾਸ ਵਿੱਚ ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ। ਮੁਸਤੈ ਹੁੰਦਾ ਠੱਗੀ ਜਾ ਰਹੀ ਹੈ, ਵਿਹੂਣੀ ਸੱਖਣੀ ਖਾਲੀ। ਇੱਥੇ ਸ਼ਲੋਕ ਖਤਮ ਹੁੰਦਾ। ਫਿਰ ਆਪਾਂ ਇਹਦੀ ਸਮਰੀ ਬੋਲ ਦਿੰਨੇ ਆ। ਘੜੀਆਂ ਮੰਨ ਲਓ ਗੋਪੀਆਂ ਨੇ, ਦਿਨ ਦੇ ਸਾਰੇ ਪੈਰ ਮਾਨੋ ਕਾਨ ਨੇ ਕ੍ਰਿਸ਼ਨ ਨੇ, ਪੌਣ ਪਾਣੀ ਅੱਗ ਗਹਿਣੇ ਨੇ ਜੋ ਗੋਪੀਆਂ ਦੇ ਪਾਏ ਹੋਏ ਆ, ਤੇ ਚੰਨ ਸੂਰਜ ਇਹ ਮੰਨ ਲਓ ਅਵਤਾਰ ਨੇ, ਤੇ ਸਾਰੀ ਧਰਤੀ ਜਿਹੜੀ ਹੈ ਇਹ ਮਾਲ ਧਨ ਹੈ। ਸਗਲੀ ਧਰਤੀ ਮਾਲ ਧਨ, ਔਰ ਇਹ ਸਾਰੇ ਸਾਨੂੰ ਕਰਤੇ ਪੁਰਖ ਨੇ ਵਰਤਣ ਵਾਸਤੇ ਦਿੱਤੇ ਸੀ, ਪਰ ਅਸੀਂ ਇਹਦੇ ਜੰਜਾਲ ਦੇ ਵਿੱਚ ਫਸ ਗਏ ਹਾਂ। ਕਿਉਂ? ਮਾਇਆ ਦੀ ਇਸ ਰਾਸ ਦੇ ਵਿੱਚ ਜਿਹੜੀ ਦੁਨੀਆ ਗਿਆਨ ਤੋਂ ਸੱਖਣੀ ਹੈ, ਜਮਕਾਲ ਉਹਨੂੰ ਖਾਈ ਜਾ ਰਿਹਾ। ਸੋ ਗਿਆਨ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ। ਕਿਉਂ? ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਜੇਕਰ ਧਰਮੀ ਬਣਨਾ ਹੈ ਤੇ ਉਹ ਡਰੈਸ ਪਾ ਕੇ ਨਹੀਂ ਬਣਿਆ ਜਾਣਾ, ਵੇਸ ਕਰਕੇ ਨਹੀਂ ਬਣਿਆ ਜਾਣਾ। ਉਹ ਇੱਕ ਮਾਈਂਡ ਸੈਟ ਤੁਹਾਨੂੰ ਤਿਆਰ ਕਰਨਾ ਪੈਣਾ, ਇੱਕ ਜਿਹੜਾ ਤੁਹਾਡਾ ਥਾਟ ਪ੍ਰੋਸੈਸ ਹੈ ਉਹਨੂੰ ਡਿਵੈਲਪ ਕਰਨਾ ਪੈਣਾ। ਇਹਨੂੰ ਕਹਿੰਦੇ ਆ ਧਰਮ, ਸੋਚ ਨੂੰ, ਕਿ ਵਰਤੋਂ ਵਿਹਾਰ ਕਿੱਦਾਂ ਦਾ ਸਾਡਾ। ਨਾਨਕ ਮੁਸੈ ਗਿਆਨ ਵਿਹੂਣੀ, ਗਿਆਨ ਤੋਂ ਬਿਨਾਂ ਅਸੀਂ ਠੱਗੇ ਜਾਵਾਂਗੇ, ਲੁੱਟੇ ਜਾਵਾਂਗੇ। ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਜੇਕਰ ਜਮਕਾਲ ਤੋਂ ਬਚਣਾ ਹੈ। ਇੱਥੇ ਸ਼ਲੋਕ ਪਹਿਲਾ ਸਾਡਾ ਪੂਰਾ ਹੋ ਗਿਆ। ਅੱਗੇ ਚਲੀਏ ਮਹੱਲਾ ਪਹਿਲਾ। ਵਾਇਨ ਚੇਲੇ ਨੱਚਣ ਗੁਰ। ਰਾਸਾਂ ਦੇ ਵਿੱਚ ਚੇਲੇ ਜਿਹੜੇ ਆ ਸਾਜ਼ ਵਜਾਉਂਦੇ ਆ, ਤੇ ਉਹ ਚੇਲਿਆਂ ਦੇ ਗੁਰੂ ਨੱਚਦੇ ਆ। ਵਾਇਨ
ਵਜਾਇਨ ਵਜਾਉਂਦੇ ਨੇ, ਸਾਜ਼ ਵਜਾਉਂਦੇ ਨੇ, ਤੇ ਗੁਰੂ ਉਹਨਾਂ ਦੇ ਨੱਚਦੇ ਆ। ਪੈਰ ਹਿਲਾਇਨ ਫੇਰਨ ਸਿਰ। ਸੋ ਨੱਚਣ ਵੇਲੇ ਉਹ ਜਿਹੜੇ ਗੁਰੂ ਨੇ ਪੈਰਾਂ ਨੂੰ ਹਿਲਾਉਂਦੇ ਨੇ ਤੇ ਸਿਰ ਫੇਰਦੇ ਆ ਜ਼ੋਰ ਦੇ ਨਾਲ। ਉੱਡ ਉੱਡ ਰਾਵਾ ਝਾਟੇ ਪਾਏ, ਉਹ ਪੈਰਾਂ ਨਾਲ ਫਿਰ ਘੱਟਾ ਉੱਡਦਾ, ਮਿੱਟੀ ਉੱਡਦੀ ਹੈ, ਤੇ ਉਹ ਮਿੱਟੀ ਘੱਟਾ ਉਹਨਾਂ ਦੇ ਸਿਰ 'ਚ ਪੈਂਦਾ। ਰਾਵਾ ਘੱਟੇ ਨੂੰ ਕਹਿੰਦੇ ਆ, ਮਿੱਟੀ ਨੂੰ। ਝਾਟੇ, ਝਾਟੇ ਦੇ ਵਿੱਚ, ਕੇਸਾਂ ਦੇ ਵਿੱਚ, ਵਾਲਾਂ ਦੇ ਵਿੱਚ। ਝਾਟਾ ਥੋੜਾ ਜਿਹਾ ਖਰਵਾ ਲਫ਼ਜ਼ ਹੈ। ਇਹ ਪੁਰਾਣੀ ਬੋਲੀ ਹੁੰਦੀ ਸੀ, ਜੇ ਵਾਲ ਨਹਾ ਕੇ ਕਿਤੇ ਵਾਹੁਣੇ ਨਾ ਤੇ ਉਹ ਪੁਰਾਣੀਆਂ ਬੀਬੀਆਂ ਆਮ ਹੀ ਕਹਿੰਦੀ ਕਿ ਝਾਟਾ ਖਿਲਾਰੀ ਫਿਰਦਾ। ਸੋ ਇਹ ਝਾਟਾ ਜਿਹੜਾ ਪੁਰਾਣੀ ਪੰਜਾਬੀ ਦਾ ਲਫ਼ਜ਼ ਹੈ, ਪਰ ਅੱਜ ਕੱਲ ਥੋੜਾ ਖਰਵਾ ਲਫ਼ਜ਼ ਇਹ ਬਣ ਗਿਆ। ਸੋ ਉਹ ਮਿੱਟੀ ਘੱਟਾ ਉਹਨਾਂ ਦੇ ਸਿਰ 'ਚ ਪੈਂਦਾ, ਝਾਟੇ 'ਚ ਪੈਂਦਾ। ਵੇਖੇ ਲੋਕ ਹੱਸੇ ਕਰ ਜਾਏ। ਉਹ ਰਾਸ ਨੂੰ ਵੇਖਣ ਵਾਸਤੇ ਜਿਹੜੇ ਲੋਕ ਆਏ ਹੁੰਦੇ ਆ, ਉਹਨਾਂ ਨੂੰ ਨੱਚਦਿਆਂ ਨੂੰ ਵੇਖਦੇ ਆ, ਹੱਸਦੇ ਨੇ, ਔਰ ਆਪਣੇ ਘਰ ਚਲੇ ਜਾਂਦੇ ਆ। ਰੋਟੀਆਂ ਕਾਰਨ ਪੂਰੇ ਤਾਲ। ਇਹ ਹੁਣ ਸਭ ਜਿਹੜਾ ਹੈ, ਇਹ ਰੋਜ਼ੀ ਰੋਟੀ ਦੀ ਖਾਤਰ ਉਹ ਕਰਦੇ ਆ, ਨੱਚਦੇ ਆ, ਤਾਲ ਪੂਰਦੇ ਆ। ਰੋਟੀਆਂ ਕਾਰਨ ਪੂਰੇ ਤਾਲ। ਆਪ ਪਛਾੜੇ ਧਰਤੀ ਨਾਲ। ਆਪਣੇ ਆਪ ਨੂੰ ਜ਼ਮੀਨ ਤੇ ਜ਼ੋਰ ਜ਼ੋਰ ਦੀ ਮਾਰਦੇ ਆ, ਪਛਾੜਦੇ ਨੇ। ਗਾਵਨ ਗੋਪੀਆਂ ਗਾਵਨ ਕਾਨ। ਗੋਪੀਆਂ ਦੇ ਸਾਂਗ ਬਣਾ ਕੇ ਗਾਉਂਦੇ ਨੇ, ਕ੍ਰਿਸ਼ਨ ਦੇ ਸਾਂਗ ਬਣਾ ਕੇ ਗਾਉਂਦੇ ਆ। ਗਾਵਨ ਸੀਤਾ ਰਾਜੇ ਰਾਮ। ਇਸੇ ਤਰ੍ਹਾਂ ਸੀਤਾ ਰਾਮ ਦੇ ਸਾਂਗ ਬਣਾ ਕੇ ਗਾਉਂਦੇ ਆ। ਨਿਰਭਉ ਨਿਰੰਕਾਰ ਸਚ ਨਾਮ। ਆਕਾਰ ਰਹਿਤ ਪ੍ਰਭੂ ਮਾਇਆ ਤੋਂ ਨਿਰਲੇਪ ਹੈ, ਤੇ ਉਸ ਦੇ ਨਾਮ ਦੀ ਅਵਸਥਾ ਸਦੀਵੀ ਹੈ। ਸੱਚ, ਚੱਚੇ ਨੂੰ ਔਂਕੜ, ਅਟਲ, ਸਦੀਵੀ, ਫੋਰਐਵਰ। ਨਿਰਭਉ ਨਿਰੰਕਾਰ ਸੱਚ ਨਾਮ। ਆਕਾਰ ਰਹਿਤ ਪ੍ਰਭੂ ਤੋਂ ਨਿਰਲੇਪ, ਅਤੇ ਉਹਦੇ ਨਾਮ ਦੀ ਅਵਸਥਾ ਸਦੀਵੀ ਹੈ। ਜਾਕਾ ਕੀਆ ਸਗਲ ਜਹਾਨ। ਜਿਸ ਦਾ ਇਹ ਸਾਰਾ ਜਗਤ ਸਿਰਜਿਆ ਹੋਇਆ ਹੈ। ਸੇਵਕ ਸੇਵੇਂ ਕਰਮ ਚੜਾਓ। ਸੇਵਕ ਨਾਮ ਅਭਿਆਸੀ। ਨਾਮ ਅਭਿਆਸੀ ਉਸ ਨੂੰ ਜਪਦੇ ਹੈ, ਤੇ ਜਿਨ੍ਹਾਂ ਦੇ ਅੰਦਰ ਉਸ ਕਰਤੇ ਪੁਰਖ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ। ਇਹ ਹੈ ਚੜ੍ਹਦੀ ਕਲਾ। ਐਵੇਂ ਐਵੇਂ ਨਾ ਵੇਗ ਚ ਆ ਕੇ ਕਈ ਬੰਦੇ ਪੁੱਛੋ ਕੀ ਹਾਲ, ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਉਦੋਂ ਹੈ ਜਦੋਂ ਨਾਮ ਜਪ ਕੇ, ਕਰਮ ਕਰਕੇ ਕੋਈ ਅਵਸਥਾ ਹਾਸਲ ਕੀਤੀ ਹੋਏ। ਐਵੇਂ ਨਹੀਂ ਚੜ੍ਹਦੀ ਕਲਾ ਹੁੰਦੀ। ਨਾਨਕ ਇਹ ਪੜ੍ਹਦੇ ਨਾ ਜਿਹੜੇ, ਸਭ ਭੁਲੇਖੇ ਨੇ ਇਹ ਹੌਲੀ ਹੌਲੀ ਦੂਰ ਹੋਣਗੇ ਲੋਕਾਂ ਦੇ, ਸੰਗਤ ਦੇ। ਨਾਨਕ ਨਾਮ ਚੜ੍ਹਦੀ ਕਲਾ। ਉਹ ਦੇਖੋ ਉੱਥੇ ਸਪੈਲਿੰਗ ਜਿਹੜੇ ਹੈ, ਭਾਵੇਂ ਗੁਰਬਾਣੀ ਨਹੀਂ ਹੈ, ਲੇਕਿਨ ਉੱਥੇ ਮੰਮੇ ਨੂੰ ਸਿਹਾਰੀ ਪਾਈ ਉਹਨੇ ਨਾਮ ਦੇ ਨਾਲ। ਨਾਨਕ ਨਾਮੇ ਚੜ੍ਹਦੀ ਕਲਾ, ਨਾਮ ਦੇ ਨਾਲ ਹੋਣੀ ਹੈ। ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸੇਵਕ ਸੇਵਹਿ, ਇੱਥੇ ਵੀ ਹਾਹੇ ਨੂੰ ਸਿਹਾਰੀ। ਕਰਮ ਚੜਾਓ। ਉਸ ਨੂੰ ਕੇਵਲ ਉਹੀ ਅਭਿਆਸੀ ਸਿਮਰਦੇ ਹੈ ਜਿਨ੍ਹਾਂ ਦੇ ਅੰਦਰ ਕਰਤੇ ਪੁਰਖ ਦੇ ਗੁਰ ਪ੍ਰਸਾਦ ਦੇ ਨਾਲ, ਮਿਹਰ ਦੇ ਨਾਲ, ਨਦਰ ਦੇ ਨਾਲ ਚੜ੍ਹਦੀ ਕਲਾ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਉਤਸ਼ਾਹ ਹੈ। ਭੇਨੀ ਰਹਿਣ ਜਿਨ੍ਹਾਂ ਮਨ ਚਾਓ। ਉਹਨਾਂ ਸੇਵਕਾਂ ਦੀ ਜਿਹੜੀ ਜ਼ਿੰਦਗੀ ਹੈ, ਉਹ ਬੜੀ ਬੜੀ ਸਵਾਦਲੀ ਗੁਜ਼ਰਦੀ ਹੈ, ਬੜੀ ਭਿੰਨੀ, ਬੜੇ ਪਿਆਰ ਦੇ ਨਾਲ ਭਿੱਜੀ ਹੋਈ ਗੁਜ਼ਰਦੀ ਹੈ। ਰਹਿਣ ਰਾਤ, ਜ਼ਿੰਦਗੀ ਰੂਪ ਰਾਤ, ਇਹ ਲਾਈਫ। ਰਹਿਣ ਦਾ ਮਤਲਬ ਹੁੰਦਾ ਹੈ ਸਾਰੀ ਜ਼ਿੰਦਗੀ ਭਿੰਨੀ ਰਹਿਣ।
जिन्ना मन चाहो। अगे कहते सिक्खी सिक्ख्या गुर विचार, जो मन करके प्रेमा भगती करते है उन्हां दा जीवन विकारां तो रहत हो जाता है, शांति वाला बन जाता है। गुरु मत लैके बंदगी करना ही सिक्खी है। अकाल पुरख अपनी रहमत दा सदका माया सागर तो पार कराउंदा। सिक्खी सिक्ख्या गुर विचार, नदरी कर्म लंघाए पार। करता पुरख अपनी रहमत सदका सानू इस माया सागर तो, संसार समुद्र तो पार लंघाउंदा। अगे कहंदे कोलू चरखा चक्की चक, बेअंत पदार्थ जीव सदा जिहड़े है वो पाउंदे रहिंदे है। जिवें कोलू पंछी इको साहे उड़दे ने, पाउंदे ने। थल वरोले बहुत आनंद, थलां दे बेअंत वरोले, थल वरोले थलां दे वरोले। लाटू मधानियां अनगा फले, लाटू मधानियां फले, अन्न गौण वाले फले। पंखी भौंदियां लैन ना सा, पंछी भंभीरियां इको साहे उड़दियां रहिंदियां ने। ये सब भौंदे ने। भौना ये भी लफज याद रखियो। नानक भौंदियां गणत ना अंत, भौण वाले जीवां दा कोई अंत नहीं है। बंधन बंध पवाए सोए, इसे तरह वो प्रभु जीव जीव जिहड़े है इसे तरह जंजालां विच जकड़े होए। पया किरत नचै सब कोई, इसे तरह वो जीव अपने कर्मां दे अनुसार नच रहा है, जिवें वो रास लीला वाले नचदे। नच नच हसे चले से रोए। जिहड़े अज जिहड़े नच नच के खुश हो रहे है वो अंत नूं रो के इत्थों जांदे है, रोंदे जांदे इत्थों। उड ना जाई सिद्ध ना होए, नचन टप्पण नाल किसी अवस्था ते पहुंचा नहीं जा सकता, ना ही कोई सिद्धि हासिल की जा सकती है। नचन कुदन मन का चाव, ये केवल मन का शौक है। नानक जिन मन भाओ तेना मन भाओ। प्रेम भाओ प्रेम उन्हां दे अंदर ही उपजदा है, उन्हां दे मन विच ही उपजदा है जिन्हां नूं करते पुरख दा डर है। माया दियां भुआंटनियां वाले लोग कदे भी उच्ची अवस्था तक नहीं पहुंचते, ना वो सिद्ध पुरख बन सकते हैं। सूए चाड़ भवाइए जंत, सूल ते चाड़ के कई जंत भवाई दे है। नानक भौंदियां गणत ना अंत, भौण वाले जीवां दा कोई अंत नहीं पाया जा सकता। बंधन बंध भवाए सोए, इसे तरह जिहड़े माया दियां जंजीरां दे विच
जकड़े ने ਉਹ ਭਾਉਂਦੇ ਨੇ, ਪਿਆ ਕਿਰਤ ਨੱਚੈ ਸਭ ਕੋਏ। ਆਪਣੇ ਕਰਮਾਂ ਦੇ ਅਨੁਸਾਰ ਹਰ ਜੀਵ ਨੱਚ ਰਿਹਾ, ਨੱਚ ਨੱਚ ਹੱਸੇ ਚੱਲੇ ਸਰੋਏ। ਪਰ ਜਿਹੜੇ ਅੱਜ ਨੱਚ ਨੱਚ ਕੇ ਖੁਸ਼ ਹੋ ਰਹੇ ਨੇ, ਉਹ ਇੱਥੋਂ ਅੰਤ ਨੂੰ ਰੋਂਦੇ ਜਾਣਗੇ। ਉੱਡ ਨਾ ਜਾਈ ਸਿੱਧ ਨਾ ਹੋਏ। ਇਸ ਤਰ੍ਹਾਂ ਕਰਨ ਨਾਲ, ਨੱਚਣ ਟੱਪਣ ਨਾਲ ਉਹ ਕਿਸੇ ਉੱਚੀ ਅਵਸਥਾ ਤੇ ਨਹੀਂ ਪਹੁੰਚ ਸਕਦੇ। ਨੱਚਣ ਕੁੱਦਣ ਮਨ ਕਾ ਚਾਓ, ਇਹ ਇੱਕ ਮਨ ਦਾ ਸ਼ੌਂਕ ਹੈ, ਸੁਭਾਅ ਹੈ। ਨਾਨਕ ਜਿਨ ਮਨ ਭਾਓ ਤਿੰਨਾ ਮਨ ਪਾਓ। ਨਾਨਕ ਜੋਤ ਕਹਿੰਦੀ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰੇਮਾ ਭਗਤੀ ਉਪਜਦੀ ਹੈ, ਉਹ ਰੱਬ ਦੇ ਭਾਣੇ ਵਿੱਚ ਰਹਿੰਦੇ ਆ। ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਉਪਜਦੀ ਹੈ, ਉਹ ਰੱਬ ਦੇ ਭਾਣੇ ਵਿੱਚ ਰਹਿੰਦੇ ਆ। ਅੱਗੇ ਚੱਲੀਏ। ਅੱਗੇ ਆ ਗਈ ਪੌੜੀ। ਨਾਉ ਤੇਰਾ ਨਿਰੰਕਾਰ ਹੈ, ਨਾਏ ਲਏ ਨਰਕ ਨਾ ਜਾਈਏ। ਨਾਮ ਅਕਾਲ ਪੁਰਖ ਦਾ ਇੰਨਾ ਸ਼ਕਤੀਸ਼ਾਲੀ ਹੈ, ਇਹ ਸਟੇਟ ਆਫ ਮਾਈਂਡ ਹੀ ਹੈ, ਅਵਸਥਾ ਹੀ ਹੈ। ਔਰ ਇਹ ਅਵਸਥਾ ਸਾਨੂੰ ਇੰਨੀ ਸ਼ਕਤੀ ਦਿੰਦੀ ਹੈ, ਅਸੀਂ ਨਰਕਾਂ ਤੋਂ ਬਚੇ ਰਹਿੰਦੇ, ਮਾੜੇ ਕੰਮਾਂ ਤੋਂ ਬਚੇ ਰਹਿੰਦੇ, ਮਾੜੇ ਵਿਚਾਰਾਂ ਤੋਂ ਬਚੇ ਰਹਿੰਦੇ, ਜੇਕਰ ਅਸੀਂ ਨਾਮ ਅਭਿਆਸ ਕਰਦੇ ਹਾਂ, ਜੇਕਰ ਅਸੀਂ ਨਾਮ ਨੂੰ ਸਿਮਰਨ ਤੱਕ ਲੈ ਕੇ ਜਾਂਦੇ ਹਾਂ, ਜਪਣ ਤੱਕ, ਸਿਮਰਨ ਤੱਕ, ਧਿਆਨ, ਅਰਾਧਨਾ, ਇਹ ਸਭ different levels of thought process. They are all different levels of thought process. नाम तेरा निरंकार है, नाउ तेरा नाम ही निरंकार है। जे उस नाम दा शब्द दा अभ्यास करिए ते माड़े कर्मां तो बचे रहीदा। नाए लए नरक न जाइए। जियो पिंड सब तिसदा दे खाजै आप गवाइए। जीव आत्मा प्लस शरीर, बॉडी, ये स्पिरिट एंड बॉडी, ये प्रभु दी दित्ती है। सो दिखावे दी आदत तो बचण वास्ते नाम जपो ते हौमे नू गवाओ। ये जिंद शरीर सब कुछ प्रभु दा। जियो पिंड सब तिसदा दे खाजे आप गवाइए। ये अगे लिखिया है, कोई अर्थ पढ़ के देखियो ਜਿਹੜੇ ਅੱਗੇ ਕੀਤੇ ਆ। ਕਹਿੰਦੇ ਜੀਵਾਂ ਨੂੰ ਖਾਣ ਵਾਸਤੇ ਭੋਜਨ ਦਿੰਦਾ ਹੈ, ਕਿੰਨਾ ਕੁ ਦਿੰਦਾ ਹੈ ਅੰਦਾਜ਼ਾ ਲਾਉਣਾ ਵਿਅਰਥ ਹੈ। ਨਹੀਂ, ਜੀਓ ਪਿੰਡ ਸਭ ਤਿਸਦਾ ਦੇ ਖਾਜੈ ਆਖ ਗਵਾਈਐ। ਜੀਵ ਆਤਮਾ ਸ਼ਰੀਰ ਪ੍ਰਭੂ ਦੀ ਦਿੱਤੀ ਹੋਈ ਹੈ। ਸੋ ਦਿਖਾਵੇ ਦੀ ਆਦਤ ਤੋਂ ਬਚਣ ਲਈ ਨਾਮ ਜਪੋ, ਹਉਮੈ ਨੂੰ ਗਵਾਓ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈ ਹੈ। ਜੇ ਤੂੰ ਆਪਣੀ ਭਲਾਈ ਲੋੜਦਾ ਤਾਂ ਚੰਗਾ ਕੰਮ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਖਵਾ। ਉਹਦਾ ਕੋਈ ਮਾਣ ਨਾ ਕਰ, ਹੰਕਾਰ ਨਾ ਕਰ, ਕਿਉਂ ਇੱਥੋਂ ਨਾਲ ਨਹੀਂ ਜਾਣਾ ਕੱਖ ਵੀ। ਇਹ ਕਰਤਾ ਪੁਰਖ ਜਾਣਦਾ। ਕਰ ਪੁੰਨੋ ਨੀਚ ਸਦਾਈ ਹੈ। ਜਿੰਨਾ ਮਰਜੀ ਵੱਡਾ ਕੰਮ ਕਰ ਲੈ, ਚੰਗਾ ਕੰਮ ਕਰ ਲੈ, ਲੇਕਿਨ ਤੂੰ ਆਪਣੇ ਆਪ ਨੂੰ ਨੀਚ ਹੀ ਸਦਾਉਣਾ। ਇਸੇ ਕਰਕੇ ਬਾਬੇ ਨਾਨਕ ਦੀ ਅਵਸਥਾ ਦੇਖੋ, ਨਾਨਕ ਨੀਚ ਕਹੇ ਵਿਚਾਰ। ਬਾਰ ਬਾਰ ਉਹਨਾਂ ਨੇ ਆਪਣੇ ਆਪ ਨੂੰ ਇਸ ਅਵਸਥਾ ਚ ਰੱਖਿਆ, ਨੀਵੇਂ ਰੱਖਿਆ ਆਪਣੇ ਆਪ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ। ਹੁਣ ਜੇ ਕੋਈ ਵਡੇਪੇ ਨੂੰ
परे हटाना चाहे पर बडेपा आ ही जाता। जे जरवाना पर हरे जर वेस करेंदी आई है, क्योंकि बुढ़ापा ते मौत समय दे मुताबिक इन्हां ने आना ही है। इस करके अगे लिखिया को रह ना भरी है पाई है। जदों श्वास पूरे हो जाते हैं, इत्थे कोई जीव रह नहीं सकता, पाई भर जाती है। पाई भरन का मतलब श्वास पूरे हो जाते हैं। ये पाई एक कौली जी हुंदी सी पुराने दिनों दे विच। कौली च बहुत बरीक मोरी हुंदी सी, वो पानी दे उत्ते रखी जाती सी और पानी हौली हौली उहदे च भर जाता सी। जदों भर जाता सी, वो कौली जी डुब जाती सी पानी च। सो उहनूं कहंदे सी पाई भर गई। सो इत्थे जिहड़ा लफज जिहड़ा यूज किया बाबे नानक ने, को रह ना भरिया पाई है, ये बडेपा भी आना है। जिन्ने मर्जी जदों आप वरतारा वरतदा सारे, स्पैशली ये बंदियां दे विच लेडीज भी करदियां ने। जदों चिट्टे वाल आने शुरू होंदे आ, पहला पहला वो मोचना जा लैके आउंदे आ बंदे, ਉਹਦੇ ਨਾਲ ਫਿਰ चिट्टे चिट्टे वाल ਕੱਢਦੇ ਆ। ਫਿਰ ਉਹ ਜਦੋਂ ਇੱਕਦਮ ਆਉਣੇ ਸ਼ੁਰੂ ਹੋ ਜਾਂਦੇ ਆ, ਫਿਰ ਕਹਿੰਦੇ ਕਿੰਨੇ ਕੁ ਕੱਢੀ ਜਾਵਾਂਗੇ, ਫਿਰ ਉਹ ਰੰਗ ਲੈ ਆਉਂਦੇ ਆ ਜੀ। ਕੋਈ ਮਹਿੰਦੀ ਲਾਉਂਦਾ, ਕੋਈ ਹੋਰ ਆ 3600 ਤਰ੍ਹਾਂ ਦੇ ਮਿਲਦੀਆਂ ਚੀਜ਼ਾਂ ਇੱਥੇ, ਉਹ ਲਾਉਂਦੇ ਬਚਣ ਵਾਸਤੇ। ਉਹ ਪਰ ਇਹ ਤੋਂ ਬਚਿਆ ਨਹੀਂ ਜਾਣਾ, ਇਹ ਆਉਣਾ ਹੀ ਆਉਣਾ। ਬਡੇਪਾ ਤੇ ਮੌਤ ਸਮੇਂ ਦੇ ਮੁਤਾਬਕ ਆਉਣੇ ਹੀ ਆਉਣੇ ਆ, ਪਾਈ ਭਰਨੀ ਭਰਨੀ। ਸੋ ਇਹ ਚੀਜ਼ਾਂ ਯਾਦ ਰੱਖਣੀਆਂ। ਅੱਗੇ ਜਾ ਕੇ ਤਕਰੀਬਨ ਮਿਡਲ ਦਾ ਜਿਹੜਾ ਵਾਰ ਦਾ ਹਿੱਸਾ ਹੈ, ਅੰਤ ਤੱਕ ਇਹਨੂੰ ਆਪਾਂ ਜਦੋਂ ਲੈ ਕੇ ਜਾਣਾ, ਬਹੁਤ ਗਿਆਨ, ਗੂੜੇ ਗਿਆਨ ਨਾਲ ਸਾਡੀ ਸਾਂਝ ਪੈਣੀ ਹੈ। ਅਰੇ ਪੁਰਾਣੇ ਦਿਨਾਂ ਦੇ ਵਿੱਚ ਰੋਜ਼ ਪੜ੍ਹਨ ਦਾ ਹੁਕਮ ਹੁੰਦਾ ਸੀ ਵੀ ਇਹ ਚੀਜ਼ਾਂ ਰੋਜ਼ ਪੜ੍ਹ ਕੇ ਪਰਪੱਕ ਕਰਨੀਆਂ, ਪੱਕੀਆਂ ਕਰਨੀਆਂ। ਇਹ ਦੱਸ ਦਿੰਨੇ ਆ ਅੱਜ ਵੀ। ਇਹ ਹੌਲੀ ਹੌਲੀ ਵਾਰ ਪੜ੍ਹਨੀ ਰੋਜ਼ ਦੀ ਹੁਣ ਗਾਉਂਦੇ ਆ, ਵਾਜੇ ਤੇ ਗਾਉਂਦੇ ਆ ਆਪਣੇ ਇਤਿਹਾਸਕ ਸਥਾਨਾਂ ਤੇ, ਲੇਕਿਨ ਇਹ ਕਿਸੇ ਜ਼ਮਾਨੇ ਦੇ ਵਿੱਚ ਇਹਨੂੰ ਰੋਜ਼ ਪੜ੍ਹਨ ਦਾ ਹੁਕਮ ਹੁੰਦਾ ਸੀ। ਇਹ ਹੌਲੀ ਹੌਲੀ ਫਿਰ ਜਦੋਂ ਸਮਾਂ ਆਇਆ, ਸਮੇਂ ਦੇ ਮੁਤਾਬਕ ਚੀਜ਼ਾਂ ਚੱਲੀਆਂ ਤੇ ਇਹ ਸਾਡੇ ਰੋਜ਼ ਦੇ ਅਭਿਆਸ ਚੋਂ ਵਾਰ ਜਿਹੜੀ ਹੈ ਇਹ ਗਾਇਬ ਹੋ ਗਈ। ਸੋ ਇਹ ਜਿਉਂ-ਜਿਉਂ ਆਪਾਂ ਸਮਝਾਂਗੇ ਤਿਉਂ-ਤਿਉਂ ਆਪਣਾ ਇੰਟਰਸਟ ਬਣੂਗਾ ਤੇ ਆਪਾਂ ਇਹਨੂੰ ਫਿਰ ਉਹ ਪੁਰਾਣੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਉਜਾਗਰ ਕਰੋ, ਇਹਨੂੰ ਰੋਜ਼ ਪੜੋ। ਅੱਜ ਆਪਾਂ 5ਵੀਂ ਪੌੜੀ ਵਿਚਾਰ ਲਈ ਹੈ। ਸੋ ਨੈਕਸਟ ਟਾਈਮ ਆਪਾਂ ਇਸੇ ਸਮੇਂ 6ਵੀਂ ਪੌੜੀ ਵਿਚਾਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।